Hello students, I'm Sukhvinder Kaur from Department of Economics, GGDST College हरियाणा ਹੁਸ਼ਿਆਰਪੁਰ। ਅੱਜ ਅਸੀਂ ਕਰਨ ਜਾ ਰਹੇ ਹਾਂ ਕੰਜ਼ਿਊਮਰਸ ਇਕੁਇਲੀਬਰੀਅਮ ਡਿਫਰੈਂਸ ਕਰਵ ਐਨਾਲਿਸਿਸ। ਡਿਫਰੈਂਸ ਕਰਵ ਐਨਾਲਿਸਿਸ ਅਸੀਂ ਕਰ ਰਹੇ ਹਾਂ, ਕਾਫੀ ਸਾਰੇ ਟੌਪਿਕਸ ਕਾਫੀ ਸਾਰੇ ਲੈਕਚਰਸ ਆਪਾਂ ਇਹ 'ਤੇ ਲਗਾ ਚੁੱਕੇ ਹਾਂ। ਅਤੇ ਡਿਫਰੈਂਸ ਕਰਵ ਕੀ ਆ ਆਪਾਂ ਕਰ ਚੁੱਕੇ ਹਾਂ ਕਿ ਇਹ ਦੋ ਕਮੋਡਿਟੀਜ਼ ਅਤੇ ਉਹਨਾਂ ਕੰਬੀਨੇਸ਼ਨਸ ਨੂੰ ਸ਼ੋ ਕਰਦੀ ਹੈ ਜਿਸ ਤੋਂ ਕੰਜ਼ਿਊਮਰ ਨੂੰ ਜਿਹੜੀ ਸੈਟਿਸਫੈਕਸ਼ਨ ਆ ਬਰਾਬਰ ਮਿਲਦੀ ਹੈ। ਮਤਲਬ ਇੱਕ ਡਿਫਰੈਂਸ ਕਰਵ ਦੇ ਉੱਪਰ ਡਿਫਰੈਂਸ ਕਰਵ ਜਿਹੜੀ ਆ ਉਹਦੇ ਉੱਪਰ ਇਹ ਤੁਹਾਡੀ ਇੰਡੀਫਰੈਂਸ ਕਰਵ ਆ, ਇਹਦੇ ਉੱਤੇ ਇੱਕ ਕੰਬੀਨੇਸ਼ਨ ਇੱਥੇ ਹੋਏਗਾ, ਇੱਕ ਇੱਥੇ ਹੋਏਗਾ, ਇੱਕ ਇੱਥੇ ਹੋਏਗਾ। ਔਰ ਇਹਦੇ ਵਿੱਚ ਕੰਜ਼ਿਊਮਰ ਕਿਸੇ ਵੀ ਕੰਬੀਨੇਸ਼ਨ ਨੂੰ ਚੂਜ਼ ਕਰ ਲਏ, ਕਿਉਂਕਿ ਇੱਧਰ ਉਹ ਕਮੋਡਿਟੀ ਐਕਸ ਆ ਅਤੇ ਇੱਧਰ ਉਹਦੀ ਕਮੋਡਿਟੀ ਵਾਈ ਆ, ਅਤੇ ਕੋਈ ਵੀ ਕੰਬੀਨੇਸ਼ਨ ਚੂਜ਼ ਕਰੇਗਾ। ਜਿਸ ਤਰ੍ਹਾਂ ਮੰਨ ਲਓ ਜੇ ਇਹ ਵਾਲਾ ਕੰਬੀਨੇਸ਼ਨ ਚੂਜ਼ ਕਰਦਾ ਹੈ ਅਤੇ ਇੱਥੇ ਉਹ ਵਾਈ ਜ਼ਿਆਦਾ ਲੈਂਦਾ ਪਿਆ, ਇਹ ਲਏਗਾ ਅਤੇ ਇੱਥੇ ਉਹ ਐਕਸ ਜ਼ਿਆਦਾ ਲੈਂਦਾ ਪਿਆ। ਇਹ ਵਾਲਾ ਕੰਬੀਨੇਸ਼ਨ ਚੂਜ਼ ਕਰਦਾ ਅਤੇ ਐਕਸ ਵਾਈ ਆਲਮੋਸਟ ਬਰਾਬਰ ਹੋਣਗੇ। ਅਤੇ ਚਾਹੇ ਉਹ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਕੰਬੀਨੇਸ਼ਨ ਚੂਜ਼ ਕਰੇ, ਉਸਨੂੰ ਉਸ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਸੈਟਿਸਫੈਕਸ਼ਨ ਆ ਉਹ ਮੈਕਸੀਮਮ ਹੋਏਗੀ। ਅਤੇ ਹੁਣ ਅਸੀਂ ਕਰਨਾ ਕੰਜ਼ਿਊਮਰ ਦਾ ਇਕੁਇਲੀਬਰੀਅਮ ਡਿਫਰੈਂਸ ਕਰਵ ਦੀ ਹੈਲਪ ਦੇ ਨਾਲ। ਕੰਜ਼ਿਊਮਰ ਇਕੁਇਲੀਬਰੀਅਮ ਕੀ ਆ ਕਿ ਦੇਖੋ, ਐਜ਼ ਅ ਕੰਜ਼ਿਊਮਰ ਤੁਸੀਂ ਸੋਚੋ, ਆਪ ਮੈਂ ਸਟੂਡੈਂਟਸ ਨੂੰ ਕਹਿ ਰਹੀ ਹਾਂ, ਤੁਹਾਡੇ ਲਈ ਕਹਿ ਰਹੀ ਹਾਂ। ਐਜ਼ ਅ ਕੰਜ਼ਿਊਮਰ ਆਪਾਂ ਚਾਹੁੰਦੇ ਕੀ ਹਾਂ, ਆਪਾਂ ਵੱਧ ਤੋਂ ਵੱਧ ਸੈਟਿਸਫੈਕਸ਼ਨ ਚਾਹੁੰਦੇ ਹਾਂ। ਆਪਾਂ ਚਾਹੁੰਦੇ ਹਾਂ ਕਿ ਸਾਡਾ ਖਰਚਾ ਘੱਟ ਹੋਵੇ, ਜਿੰਨਾ ਵੀ ਅਸੀਂ ਖਰਚ ਕਰਦੇ ਹਾਂ ਉਹਦੇ ਤੋਂ ਪ੍ਰਾਪਤ ਹੋਣ ਵਾਲੀ ਸੈਟਿਸਫੈਕਸ਼ਨ ਆ ਜਿਹੜੀ ਸਾਡੀ ਉਹ ਸੇਮ ਹੋਵੇ, ਮੈਕਸੀਮਮ ਹੋਵੇ। ਅਤੇ ਅਸੀਂ ਹਮੇਸ਼ਾ ਇਸ ਤਰ੍ਹਾਂ ਖਰਚ ਕਰਨਾ ਚਾਹੁੰਦੇ ਹੁੰਦੇ ਹਾਂ ਕਿ ਅਸੀਂ ਜਦੋਂ ਵੀ ਆਪਣੀ ਮਨੀ ਨੂੰ ਸਪੈਂਡ ਕਰੀਏ, ਉਹਨੂੰ ਖਰਚ ਕਰੀਏ, ਉਹਦੇ ਤੋਂ ਸਾਨੂੰ ਸੈਟਿਸਫੈਕਸ਼ਨ ਵੀ ਹੋਵੇ। ਜਿਹੜਾ ਵੀ ਕੰਬੀਨੇਸ਼ਨ ਆਪਾਂ ਪਰਚੇਜ਼ ਕਰੀਏ ਉਸ ਕੰਬੀਨੇਸ਼ਨ ਤੋਂ ਸਾਨੂੰ ਮੈਕਸੀਮਮ ਸੈਟਿਸਫੈਕਸ਼ਨ ਹੋਵੇ, ਕਿਉਂਕਿ ਕੰਬੀਨੇਸ਼ਨ ਤਾਂ ਬਹੁਤ ਆ, 3 4 5 6 ਕੰਬੀਨੇਸ਼ਨ ਜਿੰਨੇ ਵੀ ਤੁਸੀਂ ਚਾਹੋ ਹੋ ਸਕਦੇ ਆ, ਪਰ ਜਿਹੜੀ ਸਾਨੂੰ ਉਹ ਤੋਂ ਪ੍ਰਾਪਤ ਹੋਣ ਵਾਲੀ ਸੈਟਿਸਫੈਕਸ਼ਨ ਉਹ ਸੇਮ ਹੋਵੇ। ਇਸ ਲਈ ਕੰਜ਼ਿਊਮਰ ਇਕੁਇਲੀਬਰੀਅਮ ਇੱਕ ਉਹ ਕੰਡੀਸ਼ਨ ਆ ਜਿਹਦੇ ਵਿੱਚ ਕੰਜ਼ਿਊਮਰ ਇਹ ਚਾਹੁੰਦਾ ਕਿ ਇੱਕ ਨਿਸ਼ਚਿਤ ਲੈਵਲ ਆਫ ਇਨਕਮ ਦੇ ਉੱਪਰ, ਇੱਕ ਨਿਸ਼ਚਿਤ ਪ੍ਰਾਈਸ ਲੈਵਲ ਦੇ ਉੱਪਰ, ਫਿਕਸ ਪ੍ਰਾਈਸ ਲੈਵਲ ਦੇ ਉੱਪਰ ਜਦੋਂ ਕੋਈ ਕੰਬੀਨੇਸ਼ਨ ਖਰੀਦਦਾ ਹੈ ਤਾਂ ਉਸਨੂੰ ਉਸ ਤੋਂ ਜਿਹੜੀ ਮਿਲਦੀ ਵੀ ਸੈਟਿਸਫੈਕਸ਼ਨ ਆ ਉਹ ਮੈਕਸੀਮਮ ਹੋ ਜਾਏ। ਅਤੇ ਉਹਦਾ ਜਿਹੜਾ ਇਹ ਕੰਸੈਪਟ ਆ, ਇਹ ਜਿਹੜਾ ਕੰਸੈਪਟ ਆ ਕੰਜ਼ਿਊਮਰ ਦਾ, ਜਿਹੜਾ ਮੈਕਸੀਮਮ ਸੈਟਿਸਫੈਕਸ਼ਨ ਦਾ ਕੰਸੈਪਟ ਆ, ਜਿਹੜਾ ਇਹ ਕੰਜ਼ਿਊਮਰ ਇਕੁਇਲੀਬਰੀਅਮ ਦਾ ਕੰਸੈਪਟ ਆ, ਇਹ ਕੁਝ ਇੱਕ ਜੰਪਸ਼ਨਸ 'ਤੇ ਆਧਾਰਿਤ ਆ। ਜੇ ਉਹ ਜੰਪਸ਼ਨਸ ਸੈਟਿਸਫਾਈ ਹੋਣਗੀਆਂ ਤਾਂ ਕੰਜ਼ਿਊਮਰ ਇਕੁਇਲੀਬਰੀਅਮ 'ਚ ਹੋਏਗਾ, ਅਦਰਵਾਈਜ਼ ਨਹੀਂ ਹੋਏਗਾ। ਪਹਿਲਾ ਇਹ ਆ ਕਿ ਕੰਜ਼ਿਊਮਰ ਦੀ ਜਿਹੜੀ ਪ੍ਰੋਡਕਟ ਉਹ ਖਰੀਦਦਾ ਪਿਆ ਉਹਨਾਂ ਦੀ ਪ੍ਰਾਈਸ ਕੋਂਸਟੈਂਟ ਰਹਿਣੀ ਚਾਹੀਦੀ ਆ। ਉਸ ਤੋਂ ਬਾਅਦ ਕੰਜ਼ਿਊਮਰ ਦੀ ਜਿਹੜੀ ਇਨਕਮ ਆ ਉਹ ਕੋਂਸਟੈਂਟ ਹੋਣੀ ਚਾਹੀਦੀ ਆ। ਇਹ ਵੀ ਮੰਨ ਕੇ ਚੱਲਦੇ ਹਾਂ ਕਿ ਕੰਜ਼ਿਊਮਰ ਨੂੰ ਸਾਰੀਆਂ ਗੁੱਡਸ ਦੀ ਇਨਫੋਰਮੇਸ਼ਨ ਔਰ ਸਾਰੀਆਂ ਗੁੱਡਸ ਦੇ ਪ੍ਰਾਈਸ ਦੀ ਇਨਫੋਰਮੇਸ਼ਨ ਆ। ਵਸਤੂਆਂ ਦਾ ਪ੍ਰਾਈਸ ਕੋਂਸਟੈਂਟ ਰਹਿੰਦਾ ਹੈ, ਉਹਨਾਂ ਦੀ ਆਮਦਨ ਕੋਂਸਟੈਂਟ ਰਹਿੰਦੀ ਹੈ, ਉਹਨੂੰ ਸਾਰੀਆਂ ਇਨਫੋਰਮੇਸ਼ਨਸ ਹੈ, ਮਤਲਬ ਗੁੱਡਸ ਦੀ ਵੀ ਇਨਫੋਰਮੇਸ਼ਨ ਆ, ਕਮੋਡਿਟੀਜ਼ ਦੀ ਇਨਫੋਰਮੇਸ਼ਨ ਆ, ਉਹਨਾਂ ਦੇ ਪ੍ਰਾਈਸ ਦੀ ਵੀ ਇਨਫੋਰਮੇਸ਼ਨ ਆ। ਅਤੇ ਕੰਜ਼ਿਊਮਰ ਆਪਣੀ ਆਮਦਨ ਨੂੰ ਸਾਰੀ ਨੂੰ ਇਕੱਠੀ ਨੂੰ ਖਰਚ ਨਹੀਂ ਕਰਦਾ। ਇਹ ਮੰਨ ਕੇ ਚੱਲਦੇ ਆਪਾਂ ਕਿ ਥੋੜ੍ਹਾ ਥੋੜ੍ਹਾ ਹਿੱਸਾ ਉਹਦਾ ਉਹ ਖਰਚ ਕਰਦਾ। ਇਹ ਵੀ ਮੰਨ ਕੇ ਚੱਲਦੇ ਹਾਂ ਕਿ ਕੰਜ਼ਿਊਮਰ ਆ ਜਿਹੜਾ ਰਾਸ਼ਨਲ ਹੈਗਾ ਆ, ਔਰ ਉਹਨੂੰ ਪਤਾ ਹੈ ਕਿ ਸੈਟਿਸਫੈਕਸ਼ਨ ਕੀ ਹੁੰਦੀ ਹੈ, ਅਤੇ ਮੈਕਸੀਮਮ ਸੈਟਿਸਫੈਕਸ਼ਨ ਉਹ ਚਾਹੁੰਦਾ ਹੈ। ਫਿਰ ਇਹ ਵੀ ਮੰਨ ਕੇ ਚੱਲਦੇ ਹਾਂ, ਇਹ ਵੀ ਅਜੰਪਸ਼ਨ ਲਈ ਜਾਂਦੀ ਹੈ ਕਿ ਉਹਨੂੰ ਇੰਡੀਫਰੈਂਸ ਕਰਵ ਦੀ ਫੁੱਲ ਨੌਲੇਜ ਆ, ਅਤੇ ਪਰਫੈਕਟ ਕੰਪੀਟੀਸ਼ਨ ਮਾਰਕੀਟ ਦੇ ਵਿੱਚ ਪਾਇਆ ਜਾਂਦਾ ਹੈ, ਅਤੇ ਜਿਹੜੀਆਂ ਗੁੱਡਸ ਜਿਹੜੀਆਂ ਉਹ ਖਰੀਦਦਾ ਪਿਆ, ਜਿਹੜੀਆਂ ਉਹ ਪਰਚੇਜ਼ ਕਰਦਾ ਪਿਆ, ਉਹ ਪੂਰੀ ਤਰ੍ਹਾਂ ਡਿਵੀਜ਼ੀਬਲ ਹੈ। ਅਤੇ ਅੱਗੇ ਕੰਜ਼ਿਊਮਰ ਇਕੁਇਲੀਬਰੀਅਮ ਦੀਆਂ ਕੰਡੀਸ਼ਨਸ ਆਉਂਦੀਆਂ ਜਦੋਂ ਉਹ ਜਿਹੜੀਆਂ ਅਜੰਪਸ਼ਨਸ ਆਪਾਂ ਹੁਣੇ ਗੱਲ ਕੀਤੀ, ਜਦੋਂ ਇਹ ਵਾਲੀਆਂ ਅਜੰਪਸ਼ਨਸ ਸੈਟਿਸਫਾਈ ਹੋ ਜਾਣ, ਫੁੱਲਫਿਲ ਹੋ ਜਾਣ, ਅਤੇ ਫਿਰ ਉਹ ਕੰਡੀਸ਼ਨਸ ਆ ਜਿਹੜੀਆਂ ਸੈਟਿਸਫਾਈ ਕਰਨੀਆਂ ਪੈਣਗੀਆਂ ਕੰਜ਼ਿਊਮਰ ਇਕੁਇਲੀਬਰੀਅਮ ਲਈ। ਪਹਿਲੀ ਕੰਡੀਸ਼ਨ ਇਹ ਆ ਕਿ ਜਿਹੜੀ ਇੰਡੀਫਰੈਂਸ ਕਰਵ ਹੈ ਇਟ ਸ਼ੁਡ ਬੀ ਟੈਂਜੈਂਟ ਟੂ ਬਜਟ ਲਾਈਨ। ਆਪਾਂ ਬਜਟ ਲਾਈਨ ਕੀਤੀ ਸੀਗੀ ਕੱਲ੍ਹ ਦੇ ਲੈਕਚਰ ਦੇ ਵਿੱਚ ਹੀ ਕੀਤੀ ਸੀ। ਬਜਟ ਲਾਈਨ ਕੀ ਸ਼ੋ ਕਰਦੀ ਹੈ, ਦੋ ਕਮੋਡਿਟੀਜ਼ ਦੇ ਉਹ ਪੁਆਇੰਟਸ, ਮਤਲਬ ਤੁਹਾਡੀ ਜਿੰਨੀ ਤੁਹਾਡੇ ਕੋਲ ਅਵੇਲੇਬਲ ਆਮਦਨ ਆ, ਜਿੰਨੀ ਤੁਹਾਡੇ ਕੋਲ ਮਨੀ ਅਵੇਲੇਬਲ ਹੈਗੀ ਆ, ਉਸ ਮਨੀ ਦੇ ਨਾਲ ਦੋਨੋਂ ਕਮੋਡਿਟੀਜ਼ ਦਾ ਤੁਸੀਂ ਕਿੰਨਾ ਮੈਕਸੀਮਮ ਪਰਚੇਜ਼ ਕਰ ਸਕਦੇ ਹੋ, ਅਤੇ ਉਹ ਬਜਟ ਲਾਈਨ ਹੁੰਦੀ ਹੈ। ਜਿਹੜੀ ਤੁਹਾਡੀ ਇੰਡੀਫਰੈਂਸ ਕਰਵ ਆ ਤੁਹਾਡੀ ਉਸ ਬਜਟ ਲਾਈਨ ਦੇ ਟੈਂਜੈਂਟ ਹੋਣੀ ਚਾਹੀਦੀ ਆ। ਟੈਂਜੈਂਟ ਹੋਣੀ ਚਾਹੀਦੀ ਹੈ ਮੀਨਜ਼ ਕਿ ਮੰਨ ਲਓ ਆਹ ਤੁਹਾਡੀ ਇੰਡੀਫਰੈਂਸ ਕਰਵ ਹੈਗੀ ਆ, ਔਰ ਸੌਰੀ ਇਹ ਬਜਟ ਲਾਈਨ ਹੈਗੀ ਆ ਤੁਹਾਡੀ, ਜਿਹੜੀ ਤੁਹਾਡੀ ਇੰਡੀਫਰੈਂਸ ਕਰਵ ਆ ਇਹਦੇ ਇਸ ਤਰ੍ਹਾਂ ਟੈਂਜੈਂਟ ਹੋਣੀ ਚਾਹੀਦੀ ਆ, ਮਤਲਬ ਇਹਨੂੰ ਇਸ ਤਰ੍ਹਾਂ ਟੱਚ ਕਰਦੀ ਹੋਵੇ। ਅਤੇ ਸੈਕਿੰਡ ਜਿਹੜਾ ਸਾਡਾ ਇਹਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਦਿੰਦੇ ਆ MRS XY ਓਵਰ ਇਜ਼ ਇਕੁਅਲ ਟੂ PX ਓਵਰ PY, ਮੀਨਸ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ ਆਫ X for Y ਇਜ਼ ਇਕੁਅਲ ਟੂ ਪ੍ਰਾਈਸ ਆਫ X ਓਵਰ ਪ੍ਰਾਈਸ ਆਫ Y। ਅਤੇ ਦੂਸਰਾ ਇਹ ਆ ਕਿ ਜਿਹੜੀ ਤੁਹਾਡੀ ਇੰਡੀਫਰੈਂਸ ਕਰਵ ਆ ਇਟ ਸ਼ੁਡ ਬੀ ਕਨਵੈਕਸ ਟੂ ਦੀ ਪੁਆਇੰਟ ਆਫ ਓਰੀਜਨ। ਇਹ ਪੁਆਇੰਟ ਵੱਲ ਨੂੰ ਝੁਕੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਤਾਂ ਆਪਾਂ ਪ੍ਰੋਪਰਟੀਜ਼ ਦੇ ਵਿੱਚ ਵੀ ਕਰ ਚੁੱਕੇ ਹਾਂ ਕਿ ਇੰਡੀਫਰੈਂਸ ਕਰਵ ਹਮੇਸ਼ਾ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਇਹ ਓਰੀਜਨ ਵੱਲ ਨੂੰ ਇੱਧਰੋਂ ਝੁਕੀ ਹੋਵੇ। ਮਤਲਬ ਇਹ ਇੰਡੀਫਰੈਂਸ ਕਰਵ ਕਦੀ ਵੀ
ਕਨਕੇਵ ਨਹੀਂ ਹੋ ਸਕਦੀ, ਓਰੀਜਨ ਵੱਲ ਨੂੰ ਨਹੀਂ ਬੈਂਡ ਹੋ ਸਕਦਾ ਉਹਦਾ, ਓਰੀਜਨ ਤੋਂ ਦੂਸਰੀ ਸਾਈਡ ਨੂੰ ਬੈਂਡ ਨਹੀਂ ਹੋ ਸਕਦਾ, ਉਹਦਾ ਜਿਹੜਾ ਬੈਂਡ ਆ ਉਹ ਓਰੀਜਨ ਵੱਲ ਨੂੰ ਹੋਈ ਹੋਵੇ। ਤੇ ਓਰੀਜਨ ਤੁਹਾਨੂੰ ਪਤਾ ਹੀ ਹੈ ਕਿ ਆ ਜਿਹੜਾ ਜਿੱਥੇ ਤੁਹਾਡੇ ਐਕਸ ਤੇ ਵਾਈ ਐਕਸਿਸ ਦੋਨੋਂ ਇੱਦਾਂ ਸਟਾਰਟ ਹੁੰਦੇ ਟੱਚ ਕਰਦੇ, ਇਹ ਓਰੀਜਨ ਹੁੰਦਾ ਹੈ ਨਾ। ਤੇ ਇਸ ਲਈ ਹੁਣ ਸਭ ਤੋਂ ਪਹਿਲਾਂ ਤਾਂ ਫਸਟ ਜਦੋਂ ਇਹ ਤੁਹਾਡੀਆਂ ਦੋਨੋਂ ਕੰਡੀਸ਼ਨ ਸੈਟੀਸਫਾਈ ਹੋ ਜਾਣਗੀਆਂ, ਫੁੱਲਫਿਲ ਹੋ ਜਾਣਗੀਆਂ, ਤੇ ਕੰਜ਼ਿਊਮਰ ਇਕੁਇਲਿਬਰੀਅਮ 'ਚ ਹੋਏਗਾ। ਮੀਨਸ ਜਦੋਂ ਅਜੰਪਸ਼ਨ ਸੈਟੀਸਫਾਈ ਹੋਈਆਂ, ਦੈਨ ਇਹ ਦੋ ਕੰਡੀਸ਼ਨਸ ਫੁੱਲਫਿਲ ਹੋ ਗਈਆਂ, ਤੇ ਤੁਹਾਡਾ ਜਿਹੜਾ ਕੰਜ਼ਿਊਮਰ ਆ ਐਜ਼ ਅ ਕੰਜ਼ਿਊਮਰ ਆਪਾਂ ਇਕੁਇਲਿਬਰੀਅਮ 'ਚ ਹੋਵਾਂਗੇ। ਫਸਟ ਆਫ ਆਲ ਕੀ ਹੈ ਕਿ ਪ੍ਰਾਈਸ ਲਾਈਨ ਇਜ਼ ਅ ਟੈਂਜੈਂਟ ਟੂ ਪੁਆਇੰਟ ਆਫ ਟੈਂਜੈਂਟ ਟੂ ਇੰਡੀਫਰੈਂਸ ਕਰਵ। ਪ੍ਰਾਈਸ ਲਾਈਨ ਇਜ਼ ਅ ਟੈਂਜੈਂਟ ਟੂ ਇੰਡੀਫਰੈਂਸ ਕਰਵ। ਦੇਖੋ ਆਹ ਇੰਡੀਫਰੈਂਸ ਕਰਵਜ਼ ਆ ਤਿੰਨ ਸਾਡੀਆਂ, ਔਰ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਜਿਹੜਾ ਕੰਜ਼ਿਊਮਰ ਆ ਕਿੱਥੇ ਇਕੁਇਲਿਬਰੀਅਮ 'ਚ ਹੋਏਗਾ। ਵੈਸੇ ਤੁਸੀਂ ਦੇਖੋ, ਜੇ ਤੁਸੀਂ ਪਹਿਲਾ ਲੈਕਚਰ ਪ੍ਰੋਪਰਟੀਜ਼ ਆਫ ਇੰਡੀਫਰੈਂਸ ਕਰਵ ਵਾਲਾ ਸੁਣ ਲਿਆ, ਇਸ ਤੋਂ ਪਹਿਲਾਂ ਲੈਕਚਰ, ਤੇ ਇਹਦੇ ਵਿੱਚ ਅਸੀਂ ਪ੍ਰੋਪਰਟੀਜ਼ ਕੀਤੀਆਂ ਸੀਗੀਆਂ ਇੰਡੀਫਰੈਂਸ ਕਰਵ ਦੀਆਂ, ਤੇ ਅਸੀਂ ਕੀਤਾ ਸੀ ਹਾਇਰ ਦਾ ਇੰਡੀਫਰੈਂਸ ਕਰਵ ਹਾਇਰ ਸੈਟਿਸਫੈਕਸ਼ਨ। ਮੀਨਸ ਜਿੰਨੀ ਇੰਡੀਫਰੈਂਸ ਕਰਵ ਉੱਪਰ ਦੀ ਹੋਏਗੀ ਉਨੀ ਉਹਦੀ ਸੈਟਿਸਫੈਕਸ਼ਨ ਜ਼ਿਆਦਾ ਹੋਏਗੀ। ਇਹਦਾ ਮਤਲਬ ਇਹ ਹੋਇਆ ਕਿ ਇੱਥੇ ਤਿੰਨ ਇੰਡੀਫਰੈਂਸ ਕਰਵਜ਼ ਆ, ਇਹਦਾ ਮਤਲਬ ਕੰਜ਼ਿਊਮਰ ਦੀ ਜਿਹੜੀ ਜ਼ਿਆਦਾ ਸੈਟਿਸਫੈਕਸ਼ਨ ਉਹ ਕਿੱਥੇ ਹੋਏਗੀ, IC3 ਦੇ ਉੱਪਰ। ਤੀਸਰੀ ਇੰਡੀਫਰੈਂਸ ਕਰਵ IC3 ਦੇ ਉੱਪਰ ਜਿਹੜੀ ਕੰਜ਼ਿਊਮਰ ਨੂੰ ਸੈਟਿਸਫੈਕਸ਼ਨ ਸਭ ਤੋਂ ਜ਼ਿਆਦਾ ਮਿਲੂਗੀ, IC2 ਤੇ ਘੱਟ ਮਿਲੂਗੀ, IC1 ਤੇ ਤਾਂ ਹੋਰ ਘੱਟ ਮਿਲੂਗੀ। ਪਰ ਹੁਣ ਕੀ ਕੰਜ਼ਿਊਮਰ ਦੇ ਕੋਲ, ਕਿਉਂਕਿ ਆਪਾਂ ਮੈਕਸਿਮਮ ਸੈਟਿਸਫੈਕਸ਼ਨ ਤਾਂ ਚਾਹੁੰਦੇ ਹਾਂ, ਪਰ ਡਿਪੈਂਡ ਇਹ ਵੀ ਤਾਂ ਕਰਦਾ ਕਿ ਸਾਡੇ ਕੋਲ ਪੈਸਾ ਕਿੰਨਾ ਹੈ, ਸਾਡੀ ਕੋਲ ਇਨਕਮ ਕਿੰਨੀ ਹੈ। ਇਸ ਲਈ ਬਜਟ ਲਾਈਨ ਸਾਡੇ ਉਹ ਲੈਵਲ ਨੂੰ ਸ਼ੋ ਕਰਦੀ ਪਈ ਹੈ ਜਿਹੜਾ ਅਸੀਂ ਮੈਕਸਿਮਮ ਖਰੀਦ ਸਕਦੇ ਹਾਂ। ਇਸ ਤੋਂ ਇਹ ਪਤਾ ਲੱਗਦਾ ਆ ਬਜਟ ਲਾਈਨ ਤੋਂ, OX ਤੇ ਆਪਾਂ ਐਪਲ ਲਏ ਆ, OY ਤੇ ਔਰੇਂਜ ਲਏ ਆ, ਕਿ ਆਪਾਂ ਵੱਧ ਤੋਂ ਵੱਧ ਔਰੇਂਜ ਕਿੰਨੇ ਖਰੀਦ ਸਕਦੇ ਹਾਂ। ਮਤਲਬ ਸਾਡੇ ਕੋਲ ਮੰਨ ਲਓ ਸਿਰਫ 4 ਰੁਪੀਜ਼ ਹੈਗੇ ਆ। ਇਹ ਡਾਇਗਰਾਮ ਜਿਹੜੀ ਇਹ ਡਰਾ ਕੀਤੀ ਗਈ ਹੈ, ਮੰਨ ਇਹ ਇਸ ਮਾਨਤਾ 'ਤੇ ਆ ਕਿ ਸਾਡੇ ਕੋਲ ਜੰਪਸ਼ਨ ਆ, ਅਸੀਂ ਅਜਿਊਮ ਕਰਕੇ ਚੱਲੇ ਹਾਂ ਕਿ ਜਿਹੜੇ ਕੰਜ਼ਿਊਮਰ ਦੇ ਕੋਲ ਸਿਰਫ 4 ਰੁਪੀਜ਼ ਆ, ਔਰ ਜਿਹੜਾ ਔਰੇਂਜ ਦਾ ਪ੍ਰਾਈਸ ਆ, ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਮੰਨਿਆ ਸੀ, ਉਹਦਾ 0.50 ਮਤਲਬ 50 ਪੈਸਾ ਹੈਗਾ। ਇਸ ਲਈ 4 ਰੁਪਏ ਦੇ ਨਾਲ ਤੁਸੀਂ 8 ਔਰੇਂਜ ਖਰੀਦ ਸਕਦੇ ਹੋ। ਐਪਲ 1 ਰੁਪੀ 1 ਆਉਂਦਾ ਪਿਆ, ਇਸ ਲਈ ਤੁਸੀਂ 4 ਐਪਲ ਖਰੀਦ ਸਕਦੇ ਹੋ। ਔਰ ਬਜਟ ਲਾਈਨ ਜਿਹੜੀ A ਤੇ B ਦੋਨੋਂ ਨੂੰ ਟੱਚ ਕਰਕੇ ਬਣਾਈ ਗਈ ਆ, ਇਹ ਸ਼ੋ ਕਰਦੀ ਪਈ ਆ ਕਿ ਤੁਸੀਂ ਦੋਨਾਂ ਕਮੋਡਿਟੀਜ਼ ਦਾ ਮੈਕਸਿਮਮ ਕਿੰਨਾ ਪਰਚੇਜ਼ ਕਰ ਸਕਦੇ ਹੋ ਇੱਕ ਖਾਸ ਕੀਮਤ ਦੇ ਉੱਤੇ, ਅਤੇ ਇੱਕ ਖਾਸ ਲੈਵਲ ਆਫ ਇਨਕਮ ਦੇ ਉੱਤੇ। ਖਾਸ ਲੈਵਲ ਆਫ ਇਨਕਮ ਤੁਹਾਡਾ ਕਿੰਨਾ ਆ, 4 ਰੁਪੀਜ਼, ਐਂਡ ਜਿਹੜਾ ਤੁਹਾਡਾ ਪ੍ਰਾਈਸ ਕੀ ਆ, ਔਰੇਂਜ ਦਾ 0.50 ਮੀਨਸ 50 ਪੈਸਾ, ਐਂਡ ਐਪਲ ਦਾ 1 ਰੁਪੀ। ਐਂਡ ਉਸ ਤੋਂ ਬਾਅਦ ਦੇਖੋ ਹੁਣ ਜਿਹੜੀ ਬਜਟ ਲਾਈਨ ਆ ਉਹਦੇ ਅਕੋਰਡਿੰਗ ਤੁਸੀਂ ਦੇਖੋ, ਤੇ ਬਜਟ ਲਾਈਨ ਤੁਹਾਡੀ ਕਿਹੜੇ ਇੰਡੀਫਰੈਂਸ ਕਰਵ ਦੇ ਟੈਂਜੈਂਟ ਆ, IC2 ਦੇ। ਇਹਦਾ ਮਤਲਬ IC3 ਤਾਂ ਵੈਸੇ ਹੀ ਰੇਸ ਤੋਂ ਬਾਹਰ ਹੈ, IC3 ਤੇ ਤਾਂ ਕੰਜ਼ਿਊਮਰ ਜਾ ਹੀ ਨਹੀਂ ਸਕਦਾ, ਉਹ ਤਾਂ ਉਹਦੇ ਬਜਟ 'ਚ ਹੀ ਨਹੀਂ ਹੈ। ਅਤੇ IC1 ਅਤੇ 2 ਰਹਿ ਗਈਆਂ ਜਿਹੜੀਆਂ ਉਹਦੇ ਬਜਟ 'ਚ ਆ। ਪਰ IC1 ਅਤੇ 2 ਦੇ ਵਿੱਚ ਵੀ ਦੇਖੋ ਕਿ IC1 ਅਤੇ 2 ਜਦੋਂ ਉਹਦੇ ਕੋਲ ਦੋਨੇ ਅਵੇਲੇਬਲ ਆ, ਤਾਂ IC1 'ਤੇ ਤਾਂ ਅਸੀਂ ਆਵਾਂਗੇ ਨਹੀਂ, ਕਿਉਂਕਿ ਤੁਹਾਡੀ ਸੈਟਿਸਫੈਕਸ਼ਨ ਘੱਟ ਹੋਏਗੀ। ਅਤੇ IC2 ਦੇ ਵਿੱਚ ਵੀ ਅਸੀਂ ਸਾਡੀ ਬਜਟ ਲਾਈਨ ਕਿੱਥੇ ਟੈਂਜੈਂਟ ਆ, ਸਾਡੀ ਬਜਟ ਲਾਈਨ ਦੇਖੋ ਆਹ ਵਾਲਾ ਪੁਆਇੰਟ ਜਿਹੜਾ ਮੇਨ ਆਏਗਾ ਨਾ, ਜਿਸ ਤਰ੍ਹਾਂ ਇਹ ਵਾਲੀ ਡਾਇਗਰਾਮ ਹੀ ਮੈਂ ਦਿਖਾਵਾਂ, ਇਸ ਵਾਲੇ ਪੁਆਇੰਟ ਦੇ ਉੱਪਰ ਇਹ ਵਾਲੇ ਇੱਥੇ ਵੀ ਇਹ ਵੀ ਸਾਡੇ ਬਜਟ ਲਾਈਨ ਤੋਂ ਬਾਹਰ ਆ, ਆ ਵੀ ਸਾਡੀ ਬਜਟ ਲਾਈਨ ਤੋਂ ਬਾਹਰ ਆ, ਸਿਰਫ ਸਾਡੀ ਬਜਟ ਲਾਈਨ 'ਤੇ ਇਹ ਵਾਲਾ ਪੁਆਇੰਟ ਆਉਂਦਾ ਪਿਆ। ਠੀਕ ਇਸੇ ਤਰ੍ਹਾਂ ਇੱਥੋਂ ਦੇਖੋ, ਇੱਥੇ ਕੰਜ਼ਿਊਮਰ ਆ ਜਿਹੜਾ ਇਸ ਡਾਇਗਰਾਮ ਦੇ ਵਿੱਚ ਦੇਖੋ, ਇੱਥੇ ਜਿਹੜਾ ਕੰਜ਼ਿਊਮਰ ਆ ਇਸ ਵਾਲੇ ਪੁਆਇੰਟ ਦੇ ਉੱਪਰ ਹੀ ਉਹ ਬਜਟ ਲਾਈਨ ਦੇ ਉੱਤੇ ਹੈਗਾ ਆ, ਜਿੱਥੇ ਤੁਹਾਡੀ ਇੰਡੀਫਰੈਂਸ ਕਰਵ ਇਜ਼ ਟੈਂਜੈਂਟ ਟੂ ਦੀ, ਜਿੱਥੇ ਤੁਹਾਡੀ ਪ੍ਰਾਈਸ ਲਾਈਨ ਇਜ਼ ਟੈਂਜੈਂਟ ਟੂ ਇੰਡੀਫਰੈਂਸ ਕਰਵਾ ਸੀ ਤੁਹਾਡੀ, ਅਤੇ ਬਜਟ ਲਾਈਨ ਜਿਹੜੀ ਤੁਹਾਡੀ ਇਸ ਤਰ੍ਹਾਂ ਇਹਦੇ ਟੈਂਜੈਂਟ ਜਿਹੜੀ ਹੋ ਗਈ ਹੈਗੀ ਆ। ਐਂਡ ਇੱਥੇ ਕੰਜ਼ਿਊਮਰ ਇਕੁਇਲਿਬਰੀਅਮ 'ਚ ਹੋਏਗਾ, ਇਸ ਤੋਂ ਇਲਾਵਾ ਹੋਰ ਕਿਸੇ ਵੀ ਪੁਆਇੰਟ ਦੇ ਉੱਤੇ ਕੰਜ਼ਿਊਮਰ ਇਕੁਇਲਿਬਰੀਅਮ ਦੇ ਵਿੱਚ ਨਹੀਂ ਹੋਏਗਾ। ਠੀਕ ਹੈ ਜੀ। ਨੈਕਸਟ ਇਹ ਸੀ ਪਹਿਲਾ ਪੁਆਇੰਟ। ਦੂਸਰਾ, ਇੰਡੀਫਰੈਂਸ ਕਰਵ ਮਸਟ ਵੀ ਕਨਵੈਕਸ ਟੂ ਦੀ ਪੁਆਇੰਟ ਆਫ ਰੀਜ਼ਨ। ਅਤੇ ਦੂਸਰਾ ਅਸੀਂ ਜਦੋਂ ਪ੍ਰੋਪਰਟੀਜ਼ ਕੀਤੀਆਂ ਸੀ ਤਾਂ ਉੱਥੇ ਅਸੀਂ ਕੀਤਾ ਸੀਗਾ ਕਿ ਇੰਡੀਫਰੈਂਸ ਕਰਵ ਜਿਹੜੀ ਹੁੰਦੀ ਆ, ਇਟ ਸ਼ੁੱਡ ਬੀ ਕਨਵੈਕਸ ਟੂ ਦੀ ਪੁਆਇੰਟ ਆਫ ਰੀਜ਼ਨ। ਇਹ ਪੁਆਇੰਟ ਆਫ ਰੀਜ਼ਨ ਵੱਲ ਨੂੰ ਝੁਕੀ ਹੋਣੀ ਚਾਹੀਦੀ ਆ। ਮੀਨਸ ਜਦੋਂ ਵੀ ਤੁਸੀਂ ਇੰਡੀਫਰੈਂਸ ਕਰਵ ਕਦੀ ਡਰਾ ਕਰਦੇ ਹੋ ਤਾਂ ਇੰਡੀਫਰੈਂਸ ਕਰਵ ਇਸੇ ਤਰ੍ਹਾਂ ਹੋਣੀ ਚਾਹੀਦੀ ਆ। ਅਸੀਂ ਕੱਲ੍ਹ ਦੇ ਉਸ ਪ੍ਰੋਪਰਟੀਜ਼ ਵਾਲੀ ਲੈਕਚਰ ਦੇ ਵਿੱਚ ਕੀਤਾ ਸੀ ਕਿ ਇੰਡੀਫਰੈਂਸ ਕਰਵ ਕਦੀ ਇੱਦਾਂ ਨਹੀਂ ਹੋ ਸਕਦੀ। ਇਸ ਲਈ ਆ ਡਾਇਗਰਾਮ ਦੇ ਵਿੱਚ ਹੁਣ ਦੇਖੋ, ਇਸ ਡਾਇਗਰਾਮ 'ਤੇ ਜਾਓ, ਇਸ ਡਾਇਗਰਾਮ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਪਿਆ ਕਿ ਪਹਿਲੀ ਕੰਡੀਸ਼ਨ ਹੈ ਜਿਹੜੀ ਤੁਹਾਡੀ ਉਹ ਕਿਹੜੀ ਆ, ਪ੍ਰਾਈਸ ਲਾਈਨ ਸ਼ੁੱਡ ਬੀ ਟੈਂਜੈਂਟ ਟੂ ਇੰਡੀਫਰੈਂਸ ਕਰਵ। ਸਭ ਤੋਂ ਪਹਿਲਾਂ ਤਾਂ ਪ੍ਰਾਈਸ ਲਾਈਨ ਇੰਡੀਫਰੈਂਸ ਕਰਵ ਦੇ ਟੈਂਜੈਂਟ ਹੋਣੀ ਚਾਹੀਦੀ ਹੈ। ਇੱਥੇ ਹੁਣ ਪ੍ਰਾਈਸ ਲਾਈਨ ਇੱਥੇ IC1 'ਤੇ ਵੀ ਟੈਂਜੈਂਟ ਆ ਅਤੇ IC ਦੇ ਉੱਤੇ ਵੀ ਟੈਂਜੈਂਟ ਆ। ਮਤਲਬ ਪ੍ਰਾਈਸ ਲਾਈਨ ਤਾਂ ਦੋਨਾਂ ਦੇ ਉੱਤੇ ਟੈਂਜੈਂਟ ਹੈਗੀ ਆ। ਪ੍ਰਾਈਸ ਲਾਈਨ ਜਿਹੜੀ ਆ ਉਹ ਤਾਂ ਦੋਨਾਂ ਨੂੰ, ਇੱਥੇ 1 ਨੂੰ ਵੀ ਟੱਚ ਕਰਦੀ ਪਈ ਆ, ਐਂਡ IC ਕਰਵ ਨੂੰ ਵੀ ਟੱਚ ਕਰਦੀ ਪਈ ਹੈ, E1 'ਤੇ ਵੀ ਅਤੇ E 'ਤੇ ਵੀ। ਪਰ ਕੰਜ਼ਿਊਮਰ E1 'ਤੇ ਹੀ ਇਕੁਇਲਿਬਰੀਅਮ 'ਚ ਹੋਏਗਾ। ਕਿਉਂਕਿ E ਪੁਆਇੰਟ ਆ ਜਿਹੜਾ, ਉੱਥੇ ਇੰਡੀਫਰੈਂਸ ਕਰਵ ਦੇ ਟੈਂਜੈਂਟ ਤਾਂ ਬਜਟ ਲਾਈਨ ਹੈਗੀ ਆ, ਪਰ ਉਹ ਕਨਕੇਵ ਆ, ਕਨਕੇਵ ਟੂ ਦੀ ਪੁਆਇੰਟ ਆਫ ਰੀਜ਼ਨ, ਬਟ ਇਟ ਸ਼ੁੱਡ ਬੀ ਕਨਵੈਕਸ ਟੂ ਦੀ ਪੁਆਇੰਟ ਆਫ ਰੀਜ਼ਨ। ਉੱਥੇ ਜਿਹੜੀ ਇੰਡੀਫਰੈਂਸ ਕਰਵ ਆ ਉਹ ਰੀਜ਼ਨ ਦੇ ਕਨਕੇਵ ਆ, ਪਰ ਜਦ ਕਿ ਇੰਡੀਫਰੈਂਸ ਕਰਵ ਰੀਜ਼ਨ ਦੇ ਕਨਵੈਕਸ ਹੋਣੀ ਚਾਹੀਦੀ ਆ।
मतलब रीजन वाल नूं झुकी होनी चाहिए, ਉਹਦਾ ਜਿਹੜਾ ਬੈਂਡ ਆ ਉਹ ਰੀਜਨ ਵੱਲ ਨੂੰ ਹੋਣਾ ਚਾਹੀਦਾ, ਨਾ ਕਿ ਦੂਸਰੀ ਸਾਈਡ ਨੂੰ। ਤੇ ਇਸ ਲਈ ਇੱਥੇ 2 ਪੁਆਇੰਟ ਆ E ਤੇ E1, ਤੇ ਕੰਜ਼ਿਊਮਰ ਜਿਹੜਾ ਉਹ E1 ਤੇ ਉੱਪਰ ਇਕੁਇਲੀਬਰੀਅਮ 'ਚ ਹੋਏਗਾ, ਕਿਉਂਕਿ ਇੱਥੇ ਉਹਦੀਆਂ ਦੋਨੋਂ ਕੰਡੀਸ਼ਨ ਸੈਟਿਸਫਾਈ ਹੁੰਦੀਆਂ ਪਈਆਂ। ਪਹਿਲੀ ਕੰਡੀਸ਼ਨ ਕਿਹੜੀ ਆ ਕਿ ਕੰਜ਼ਿਊਮਰ ਜਿਹੜਾ ਬਜਟ ਲਾਈਨ ਜਿਹੜਾ ਡਿਫਰੈਂਸ ਕਰਵ ਦੇ ਟੈਂਜੈਂਟ ਹੋਵੇ, ਤੇ ਦੂਸਰਾ ਡਿਫਰੈਂਸ ਕਰਵ ਪੁਆਇੰਟ ਆਫ ਰੀਜਨ ਵੱਲ ਨੂੰ ਕਨਵੈਕਸ ਹੋਵੇ, ਤਾਂ ਜਿਹੜਾ ਕੰਜ਼ਿਊਮਰ ਆ ਇਸ ਕੇਸ ਦੇ ਵਿੱਚ ਇਕੁਇਲੀਬਰੀਅਮ 'ਚ ਹੋਏਗਾ। ਇਹ ਸੀ ਕੰਜ਼ਿਊਮਰ ਇਕੁਇਲੀਬਰੀਅਮ ਵਿਦ ਦੀ ਹੈਲਪ ਆਫ ਵਿਦ ਦ ਹੈਲਪ ਆਫ ਡਿਫਰੈਂਸ ਕਰਵ। ਤੇ ਨੈਕਸਟ ਜਿਹੜਾ ਟੋਪਿਕ ਅਸੀਂ ਅਗਲੇ ਲੈਕਚਰ 'ਚ ਕਰਾਂਗੇ। ਥੈਂਕ ਯੂ ਸੋ ਮਚ।